स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने राजीव पास्कर साहब जी आए। बहुत बहुत शुक्रिया रंधावा जी। पास्कर साहब, पंजाब थम के रह गया किसानी समर्थन च, कोई दुकान नहीं खुली, सड़कों ते सुन्न पसरी हुई है। पंजाब दे लोग उवें ही खड़े ने जिवें साल पहला किसानी नाल खड़े सीगे। दूजे बन्ने कैप्टन अमरिंदर सिंह गैर प्रसंगिक नहीं होए। कंसोवां दसदियां ने कि केंद्री लीडरशिप उन्हां दे नाल काफ़ी हद तक खड़ी है, जिहदे च ममता बैनर्जी, शरद पवार, कपिल सिब्बल, चिदंबरम, कमलनाथ लगातार कैप्टन ਦੇ ਸੰਪਰਕ 'ਚ ਰਹੇ ਆ। ਔਰ ਨਾਲ ਦੀ ਨਾਲ ਜਿਹੜੀ ਮਹਿਕਮਿਆਂ ਦੀ ਵੰਡ ਹੈ ਉਹਦੇ ਉੱਤੇ ਵੀ ਕਈ ਪੇਚ ਫਸੇ ਹੋਏ ਆ, ਕਈ ਧੜੇ ਜਿਹੜੇ ਅੰਦਰ ਅੰਦਰ ਨਾਰਾਜ਼ ਹੋ ਗਏ। ਕਈਆਂ ਦੇ ਅਥਰੂ ਨਿਕਲੇ, ਕਈਆਂ ਦੇ ਖੁਸ਼ੀ 'ਚ ਨਿਕਲੇ, ਕਈਆਂ ਦੇ ਗਮ 'ਚ ਨਿਕਲੇ, ਲੇਕਿਨ ਇਹ ਗਮ ਗਲਤ ਵੀ ਕਿਸੇ ਨਾ ਕਿਸੇ ਮੋਢੇ ਤੇ ਲੱਗ ਕੇ ਹੋਣੇ ਆ। ਮੈਂ ਇਸ ਤੋਂ ਅੱਗੇ ਇੱਕ ਪਲ ਹੀ ਜਾਵਾਂ। ਕਿਸਾਨੀ ਮਾਮਲਿਆਂ ਦੇ ਵਿੱਚ ਕੇਂਦਰ ਕੁਝ 15 ਕੁ ਦਿਨਾਂ 'ਚ ਅਹਿਮ ਫੈਸਲੇ ਲੈਣ ਦੀ ਸਥਿਤੀ ਵੱਲ ਵੱਧ ਰਿਹਾ। ਕੰਸੋਵਾਂ ਦਿੱਲੀ ਦੇ ਗਲਿਆਰਿਆਂ 'ਚ ਨੇ ਕਿ ਕੁਝ ਹੱਲ, ਸਾਰਥਕ ਹੱਲ ਕੱਢ ਲਏ ਜਾਣਗੇ। ਲੇਕਿਨ ਇਸ ਤੋਂ ਵੀ ਵੱਡੀ ਗੱਲ ਕਿ ਜਿਹੜੇ ਪੱਟਾਂ ਤੇ ਥਾਪੀਆਂ ਮਾਰਦੇ ਫਿਰਦੇ ਪੰਜਾਬ ਦੇ ਪੋਲੀਟੀਸ਼ੀਅਨ ਔਰ ਜਿਹੜੇ ਇਹ ਸਮਝਦੇ ਆ ਕਿ ਚਿਹਰਿਆਂ ਦੀ ਰਾਜਨੀਤੀ 'ਚ ਅਸੀਂ ਝੰਡੇ ਗੱਡ ਲਏ, ਭਾਵੇਂ ਉਹ ਸੁਖਬੀਰ ਬਾਦਲ ਹੋਣ, ਸਿੱਧੂ ਹੋਣ, ਚੰਨੀ ਸਾਹਿਬ ਹੋਣ ਜਾਂ ਮਨਪ੍ਰੀਤ ਬਾਦਲ ਹੋਣ, ਕੈਪਟਨ ਅਮਰਿੰਦਰ ਹੋਣ, ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਚਿਹਰਾ ਪੰਜਾਬ ਦੇ ਵਿੱਚ ਪੈਰ ਧਰਾਵਾ ਕਰ ਚੁੱਕਿਆ। ਸਾਡੇ ਕੋਲ ਇਹ ਜਾਣਕਾਰੀ ਆ ਕਿ ਪੰਜਾਬ ਦੇ ਵਿੱਚ ਦਿੱਲੀ ਨਾਲ ਸੰਬੰਧਿਤ ਇੱਕ ਵੱਡਾ ਆਗੂ ਆਪਣੇ ਪਰਿਵਾਰ ਦੇ ਕਿਸੇ ਜੀ ਦੀ ਵੋਟ ਬਣਾ ਚੁੱਕਿਆ ਹੈ। ਇਹਦੇ ਸੰਬੰਧੀ ਸਾਰੇ ਭਾਈਚਾਰੇ ਨੂੰ, ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਚੈਲੰਜ ਵਜੋਂ ਲਓ, ਇਹਨੂੰ ਲੱਭੋ ਕਿਹੜੇ ਹਲਕੇ ਦੇ ਵਿੱਚ ਵੋਟ ਬਣੀ ਆ। ਲੇਕਿਨ ਜੇ ਨਹੀਂ ਤਾਂ ਅਸੀਂ ਕੱਲ ਤੱਕ ਯਤਨ ਕਰਾਂਗੇ ਤੁਹਾਡੇ ਸਾਹਮਣੇ ਉਹ ਸਾਰੀ ਸਚਾਈ ਤੱਥਾਂ ਸਾਹਿਤ ਰੱਖੀਏ। ਪੰਜਾਬ ਦਾ ਦ੍ਰਿਸ਼ ਬੜਾ ਦਿਲਚਸਪ ਹੋਣ ਵਾਲਾ। ਭਾਸਕਰ ਸਾਹਿਬ, ਐ ਨਹੀਂ ਕਿ ਗੱਲ ਮੁੱਕ ਗਈ, ਅਜੇ ਗੱਲ ਮੁੱਕੀ ਨਹੀਂ, ਗੱਲ ਤਾਂ ਤੁਰੀ ਆ। ਇਹ 3 ਮਹੀਨੇ ਰੌਚਕ ਵੀ ਹੋਣ ਵਾਲੇ ਆ ਤੇ ਬਹੁਤ ਜ਼ਿਆਦਾ ਤਣਾਅ ਵਾਲੇ ਵੀ ਹੋਣ ਵਾਲੇ ਆ। ਪੰਜਾਬ ਦੀ ਰਾਜਨੀਤੀ ਗਹਿਗੱਚ ਹੋਣ ਵਾਲੀ ਆ। ਕੀ ਕਹਿੰਦੇ ਹੋ? ਪੰਜਾਬ ਦੀ ਰਾਜਨੀਤੀ ਦੇ ਵਿੱਚ ਬਦਲਾਅ ਆਏ ਨੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਯੁੱਗ ਖਤਮ ਹੋਇਆ ਤੇ ਹੁਣ ਸਰਦਾਰ ਚੰਨੀ ਉਹਨਾਂ ਦਾ ਯੁੱਗ ਸ਼ੁਰੂ ਹੋਇਆ। ਨਵੇਂ ਮਿਨਿਸਟਰ, ਨਵੀਂ ਕੈਬਨਿਟ, ਨਵੇਂ ਮੰਤਰਾਲੇ। ਇਹ ਦੌਰ ਅੱਜ ਤੋਂ ਸ਼ੁਰੂ ਹੋ ਜਾਏਗਾ। 10:30 ਵਜੇ ਕੈਬਨਿਟ ਦੀ ਮੀਟਿੰਗ ਹੈਗੀ ਹੈ। ਉਸ ਕੈਬਨਿਟ ਦੇ ਵਿੱਚ ਲਏ ਜਾਣ ਵਾਲੇ ਫੈਸਲਿਆਂ ਦੇ ਉੱਤੇ, ਪੰਜਾਬ ਦੀ ਰਾਜਨੀਤੀ ਦੇ ਉੱਤੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ 6ਵਾਂ ਫਾਰਮ ਦੇ ਉੱਤੇ ਸਾਰਿਆਂ ਦੀ ਨਜ਼ਰ ਹੈ। ਭਾਵੇਂ ਕੈਬਨਿਟ ਦੀ ਮੀਟਿੰਗ ਜਿਹੜਾ ਪੰਜਾਬ ਸੈਕਟਰੀਏਟ ਹੈ ਉੱਥੇ ਹੈ, ਪਰ 6ਵਾਂ ਫਾਰਮ ਦੇ ਉੱਤੇ ਵੀ ਲਗਾਤਾਰ ਤਕਰੀਬਨ ਸਾਰੇ ਪੋਲੀਟੀਸ਼ੀਅਨਸ ਨੇ ਬਣਾਈ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਹੁਣ ਨੈਕਸਟ ਮੂਵ ਕੀ ਹੋਏਗੀ। ਜਿਹੜੀ ਕੱਲ ਪਰਸੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਗਾਣੇ ਗਾਉਂਦੇ ਹੋਏ, ਪਾਰਟੀਆਂ ਦੇ ਵਿੱਚ ਫੋਟੋ ਖਿਚਾਉਂਦੇ ਹੋਏ ਦੇਖਿਆ ਗਿਆ, ਅਸੀਂ ਸੋਚ ਰਹੇ ਸੀ ਵੀ ਇਹ ਗੱਲ ਕਈ ਵਾਰ ਹੁੰਦਾ ਹੈ ਕਿ ਗਮ ਨੂੰ ਭੁਲਾਉਣ ਵਾਸਤੇ ਤੁਹਾਨੂੰ ਖੁਸ਼ੀਆਂ ਇਨਵਾਈਟ ਕਰਨੀ ਹੁੰਦੀ ਹੈ। ਪਰ ਇਹ ਜਿਹੜੇ ਪ੍ਰੋਗਰਾਮ ਸੀਗੇ, ਜਿੱਦਾਂ ਤੁਹਾਨੂੰ ਵੀ ਪਤਾ ਲੱਗਿਆ ਕਿ ਵੀ ਇਹ 3 ਮਹੀਨੇ ਪਹਿਲੇ ਉਡੀਕੇ ਗਏ ਸੀਗੇ। ਕੋਇਨਸੀਡੈਂਟਲੀ ਇਹ ਤਦ ਹੋਏ ਜਦ ਇਹਦੀ ਲੋੜ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਭ ਤੋਂ ਜ਼ਿਆਦਾ ਸੀਗੀ। ਹੁਣ ਕੱਲ ਤੱਕ ਅੱਜ ਸ਼ਾਇਦ ਸ਼ਾਮ ਤੱਕ ਇੱਕ ਲਾਸਟ ਪਾਰਟੀ ਹੈਗੀ ਇਹ ਵਾਲੀ। ਉਸ ਤੋਂ ਬਾਅਦ ਹੁਣ ਸਿਆਸੀ ਜਿਹੜਾ ਤੇਲ ਹੈਗਾ ਦੀਵਿਆਂ ਦੇ ਵਿੱਚ ਬਲਣਾ ਸ਼ੁਰੂ ਹੋ ਜਾਏਗਾ। ਅੱਗੇ ਦੀ ਰਾਜਨੀਤੀ ਕੀ ਕਰਨੀ ਹੈ, ਕਿੱਦਾਂ ਕਰਨੀ ਹੈ। ਦਿੱਲੀ ਦੇ ਕਾਂਗਰਸੀ ਆਗੂ ਜਾਂ ਬਾਗੀ ਆਗੂ ਕਹਿ ਲਈਏ ਕਾਂਗਰਸੀ ਦੇ, ਜਾਂ G23 ਵੀ ਆਪਾਂ ਉਹਨਾਂ ਨੂੰ ਕਹਿ ਲੈਂਦੇ ਹਾਂ, ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲਗਾਤਾਰ ਸੰਪਰਕ ਵਿੱਚ ਨੇ। ਮੈਂ ਇਹਦੇ ਚ ਐਡ ਕਰਦਿਆਂ ਇੱਕ ਜਾਣਕਾਰੀ ਐਡ ਕਰਦਿਆਂ ਜਿੱਥੇ ਤੁਹਾਡੀ ਗੱਲ ਹੋਰ ਪੁਖਤਾ ਹੋ ਜਾਊਗੀ ਕਿ 2 ਦਿਨ ਦੇ ਅੰਦਰ ਅੰਦਰ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਰਹੇ ਆ ਔਰ ਦਿੱਲੀ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਇਹ ਦੇਖਣ ਵਾਲੀਆਂ ਹੋਣਗੀਆਂ, ਕਿਉਂਕਿ ਗਾਂਧੀ ਪਰਿਵਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਅੰਦਰਲੇ ਸਰੋਤ ਇਹ ਦੱਸਦੇ ਨੇ, ਉਹਨਾਂ ਦੇ ਨਾਲ ਚੱਲਣ ਵਾਲੇ ਲੋਕਾਂ ਨੇ ਇਹ ਪੁਖਤਾ ਕੀਤਾ ਕਿ ਇੱਕ ਆਤਮ ਵਿਸ਼ਵਾਸ ਜਿਹੜਾ ਕੈਪਟਨ ਨੂੰ ਸੋਨੀਆ ਗਾਂਧੀ ਤੇ ਸੀਗਾ ਉਹ ਟੁੱਟਿਆ। ਅਕਸਰ ਉਹ ਇਹ ਗੱਲ ਕਹਿੰਦੇ ਸੀ ਕਿ ਦੁਨੀਆ ਇੱਧਰ ਦੀ ਇੱਧਰ ਹੋ ਜੇ, ਸੋਨੀਆ ਗਾਂਧੀ ਮੇਰੇ ਤੋਂ ਵਿਸ਼ਵਾਸ ਨਹੀਂ ਉੱਠ ਸਕਦਾ ਉਹਨਾਂ ਦਾ ਔਰ ਮੈਨੂੰ ਕੋਈ ਨਹੀਂ ਲਾ ਸਕਦਾ। ਜਿਹੜਾ ਵਿਸ਼ਵਾਸ ਟੁੱਟਿਆ, ਹੁਣ ਉਹ ਜਿਹੜੀ ਦੌੜ ਦਿੱਲੀ ਦੇ ਵਿੱਚ ਲੱਗੀ ਹੋਈ ਆ ਕਾਂਗਰਸ ਨੂੰ ਮੁੜ ਕੇ ਜ਼ਮੀਨ ਦੇਣ ਲਈ, ਜਿਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਸਭ ਤੋਂ ਜ਼ਿਆਦਾ ਰਾਹੁਲ ਗਾਂਧੀ ਦੇ ਨੇੜੇ ਆ, ਜਿਹਦੇ ਵਿੱਚ ਨਵੀਂ ਸਾਰੀ ਦੀ ਸਾਰੀ ਟੀਮ ਸ਼ਾਮਲ ਕੀਤੀ ਜਾ ਰਹੀ ਆ, ਕਨਈਆ ਕੁਮਾਰ ਤੋਂ ਲੈ ਕੇ ਹਾਰਦਿਕ ਪਟੇਲ ਤੋਂ ਲੈ ਕੇ ਜਗਨੇਸ਼ ਤੱਕ। ਉਹ ਹੁਣ ਇੱਕ ਸਮਾਨਾਂਤਰ 23 ਵਾਲੇ ਗਰੁੱਪ ਦੀ ਜਿਹੜੀ ਤੁਸੀਂ ਗੱਲ ਕਰਨ ਲੱਗੇ ਹੋ, ਇੱਕ ਉਹਦੇ ਵਿੱਚ ਉਹ ਵੀ ਹਰਡਲ ਆ
ਪੁਰਾਣੇ ਕਾਂਗਰਸੀ ਆਪਣੇ ਆਪ ਨੂੰ ਬੇਇੱਜ਼ਤ ਨਹੀਂ ਕਰਵਾਉਣਾ ਚਾਹੁੰਦੇ। ਇੱਕ ਪ੍ਰੈਸ਼ਰ ਅਗਲੇ ਦਿਨਾਂ 'ਚ ਕਾਂਗਰਸ ਦੀ ਹਾਈ ਕਮਾਂਡ ਕੋਲ ਹੋਊਗਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਜਿਹੜੀ ਮਮਤਾ ਬੈਨਰਜੀ ਔਰ ਸ਼ਰਦ ਪਵਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਜਾਣੀ, ਕਿਉਂਕਿ ਪੰਜਾਬ ਦੇ ਵਿੱਚ ਨਾ ਮਮਤਾ ਬੈਨਰਜੀ ਕੋਲ ਵੱਡਾ ਕੋਈ ਚਿਹਰਾ ਸੀ, ਮਮਤਾ ਬੈਨਰਜੀ ਵੀ ਜਿਹੜੇ ਉਹ ਕਾਂਗਰਸ ਦੇ ਸਤਾਏ ਹੋਏ ਉਦੋਂ ਨਿਕਲੇ ਸੀਗੇ, ਔਰ ਸ਼ਰਦ ਪਵਾਰ ਵੀ ਕਿਸੇ ਵੇਲੇ ਕਾਂਗਰਸ ਦਾ ਵੱਡਾ ਚਿਹਰਾ ਸੀਗੇ। ਉਹਨਾਂ ਨੂੰ ਵੀ ਪੰਜਾਬ ਦੀ ਰਾਜਨੀਤੀ ਵਿੱਚ ਕੋਈ ਜਗ੍ਹਾ ਨਹੀਂ ਸੀ ਮਿਲ ਰਹੀ। ਪੰਜਾਬ ਦੀ ਰਾਜਨੀਤੀ ਇਹ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਨਵੀਂ ਦਿਸ਼ਾ ਵੀ ਲੈ ਸਕਦੀ, ਹਾਲਾਂਕਿ ਉਹਨਾਂ ਤੋਂ ਬਹੁਤੀ ਉਮੀਦ ਰੱਖਣੀ ਨਹੀਂ ਚਾਹੀਦੀ। ਪੰਜਾਬ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਉਦਾਸੀਨਤਾ ਦਿਖਾਈ ਹੈ, ਲੋਕਾਂ ਦਾ ਵਿਸ਼ਵਾਸ ਭੰਗ ਕੀਤਾ। 4.5 ਸਾਲ ਉਹਨਾਂ ਕੱਖ ਨਹੀਂ ਕੀਤਾ, ਲੋਕਾਂ ਦੀਆਂ ਇਸ਼ਾਵਾਂ ਤੇ ਖਰੇ ਨਹੀਂ ਉਤਰੇ। ਪਰ ਸਿਆਸਤ ਅਸੀਂ ਤਾਂ ਡਿਸਕਸ ਕਰਨੀ, ਤੁਸੀਂ ਗੱਲ ਕਰ ਰਹੇ ਸੀ G23 ਦੀ। ਰੰਧਾਵਾ ਜੀ, ਅਗਰ ਕੇਂਦਰ ਦੀ ਕਾਂਗਰਸ ਦੀ ਰਾਜਨੀਤੀ ਦੇਖੋ ਤੇ ਉਹਦੇ ਵਿੱਚੋਂ ਜਿਹੜੇ ਵੱਡੇ ਆਗੂ ਕਾਂਗਰਸ ਨੂੰ ਛੱਡ ਕੇ ਵੱਖਰੀ ਵਿਚਾਰਧਾਰਾ ਦੇ ਨਾਲ ਆਪਣੀ ਵੱਖਰੀ ਪਾਰਟੀ ਬਣਾਈ ਹੈ, ਜਿਹਦੇ ਵਿੱਚ ਸ਼ਰਦ ਪਵਾਰ ਉਹਦਾ ਨਾਮ ਆਉਂਦਾ ਹੈ, ਜਿਹਦੇ ਵਿੱਚ ਆਪਣੇ ਜਿਹੜੇ ਮਮਤਾ ਬੈਨਰਜੀ ਵੀ ਉਹਨਾਂ ਵਿੱਚੋਂ ਇੱਕ ਹੈ। ਜਦ ਉਹਨਾਂ ਨੇ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੇ ਅਪੋਜ਼ ਕੀਤਾ ਸੀ ਔਰ ਉਹਨਾਂ ਨੂੰ ਫੋਰਨ ਨੈਸ਼ਨਲ ਕਿਹਾ ਸੀ, ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀਗਾ। ਨਟਵਰ ਸਿੰਘ ਵੀ ਹੁੰਦੇ ਸੀ, ਹੋਰ ਵੀ ਕਾਫੀ ਸੀਨੀਅਰ ਕਾਂਗਰਸੀ ਆਗੂ ਜਦ ਕਾਂਗਰਸ ਤੋਂ ਅਲੱਗ ਹੋ ਕੇ ਭਾਵੇਂ ਸੂਬੇ ਦੇ ਪੱਧਰ ਤੇ ਉਹਨਾਂ ਨੇ ਪਾਰਟੀਆਂ ਬਣਾਈ ਸੀ, ਪਰ ਬੜੀ ਜ਼ਬਰਦਸਤ ਤਰੱਕੀ ਕੀਤੀ ਔਰ ਅੱਜ ਉਸੇ ਕਾਂਗਰਸ ਦੇ ਨਾਲ ਅਲਾਈਅੰਸ ਕਰਕੇ ਉਹ ਉਹਨਾਂ ਸੂਬਿਆਂ ਦੇ ਵਿੱਚ ਸਰਕਾਰ ਵੀ ਚਲਾ ਰਹੇ ਆ। ਮਹਾਰਾਸ਼ਟਰ ਉਹਦਾ ਐਗਜ਼ਾਮਪਲ ਹੈਗਾ। ਉਹੀ ਕੁਝ ਪੰਜਾਬ ਦੇ ਵਿੱਚ ਵੀ ਹੋ ਸਕਦਾ ਸੀਗਾ, ਪਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਮਹਾਰਾਜਾ ਸਾਹਿਬ ਨੇ, ਮਹਾਰਾਜਾ ਸਾਹਿਬ ਨੂੰ ਸਜੀ ਸਜਾਈ ਥਾਲੀ ਮਿਲਣੀ ਚਾਹੀਦੀ ਹੈ। ਉਹ ਆਪਣੀ ਤਰਫੋਂ ਆਵਾਮ ਨੂੰ, ਲੋਕਾਂ ਨੂੰ ਔਰ ਖਾਸ ਕਰਕੇ ਪੋਲੀਟੀਸ਼ੀਅਨਾਂ ਨੂੰ ਆਪਣੇ ਪਿੱਛੇ ਲਾ ਸਕਣ। ਹਜੇ ਇਸ ਗੱਲ ਦੇ ਉੱਤੇ ਇੱਕ ਡਾਊਟ ਜਿਹਾ ਕ੍ਰੀਏਟ ਹੋ ਰਿਹਾ ਹੈ। ਔਰ ਦੂਜਾ, ਰਾਹੁਲ ਗਾਂਧੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੂਝਵਾਨ ਲੀਡਰ ਨਹੀਂ ਸਮਝਿਆ ਜਾਂਦਾ ਸੀਗਾ, ਉਹਨਾਂ ਨੇ ਆਪਣੀ ਸੂਝਵਾਨੀ ਦਿਖਾਈ ਤੇ ਐਤਕੀ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਜੋ ਕਰਕੇ ਦਿਖਾਇਆ, ਜੋ ਪੰਜਾਬ ਜਾਂ ਪੰਜਾਬੀਆਂ ਨੂੰ ਬਿਲਕੁਲ ਹੀ ਇੰਪੋਸੀਬਲ ਲੱਗਦਾ ਸੀ ਕਿ ਐਦਾਂ ਔਰ ਇੰਨੇ ਸੌਖੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪੰਜਾਬ ਦੀ ਪੋਲਿਟਿਕਸ ਤੋਂ ਜਾਂ ਕਾਂਗਰਸ ਦੀ ਪੋਲਿਟਿਕਸ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇੱਕ ਦਿਨ ਦੇ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਤਾ। ਨਾ ਕੇਵਲ ਬਾਹਰ ਦਾ ਰਸਤਾ ਦਿਖਾਤਾ, 3 ਦਿਨ ਦੀ ਮਿਹਨਤ ਤੋਂ ਬਾਅਦ ਨਵੀਂ ਕੈਬਨਿਟ ਬਣਾ ਕੇ ਕੈਪਟਨ ਦੇ ਕੋਲ ਬੜੇ ਘੱਟ ਜਿਹੜੇ ਓਪਰਚੁਨਿਟੀਜ਼ ਛੱਡੀਆਂ, ਜਿਹਦੇ ਉੱਤੇ ਉਹਨੇ ਇਮੀਡੀਏਟਲੀ ਚੱਲ ਕੇ ਪੰਜਾਬ ਦੇ ਵਿੱਚ ਕੋਈ ਰਾਜਨੀਤਿਕ ਬਦਲਾਅ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰ ਸਕਣ। ਹਜੇ ਤੇ ਪਾਰਟੀ ਸ਼ੁਰੂ ਹੋਈ ਹੈ, ਅਸੀਂ ਇਹ ਗੱਲ ਬਾਰ-ਬਾਰ ਕਹਿੰਦੇ ਹਾਂ, ਕਿਉਂਕਿ ਚੰਨੀ ਉਹਨਾਂ ਦੀ ਸਰਕਾਰ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਫੈਸਲੇ ਲੈਣੇ ਵਾਲੀ ਹੈ। ਉਹਨਾਂ ਫੈਸਲਿਆਂ ਦੇ ਵਿੱਚ ਕਿੰਨਾ ਕੁ ਦਮ ਹੁੰਦਾ ਹੈ, ਪੋਰਟਫੋਲੀਓ ਵੰਡ ਦੇ ਟਾਈਮ ਕਿਸ ਤਰੀਕੇ ਦੀ ਖੰਡ ਪੈਂਦੀ ਹੈ, ਉਹ ਆਪਣੇ ਆਪ ਨੂੰ ਦੇਖਣ ਵਾਲੀ ਗੱਲ ਹੈਗੀ ਹੈ, ਜਾਂ ਉਹਦੇ ਵਿੱਚ ਵੰਡ ਪੈਂਦੀ ਹੈ, ਇਸ ਗੱਲ ਦੀ ਵੀ ਸਾਰਿਆਂ ਦੀ ਉਸ ਗੱਲ ਤੇ ਨਜ਼ਰ ਹੈਗੀ ਹੈ। ਪਰ ਉਹ 3 ਮਹੀਨਿਆਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਕਸਰ ਕਹਿੰਦੇ ਸੀਗੇ ਕਿ 85% ਵਾਅਦੇ ਮੈਂ ਪੂਰੇ ਕਰਤੇ, 15% ਵਾਅਦੇ ਹੈਗੇ ਆ ਉਹ ਮੈਂ ਹਫ਼ਤੇ 10 ਦਿਨ 15 ਦਿਨ 2 ਮਹੀਨੇ 'ਚ ਕਰ ਦੂੰਗਾ। ਹੁਣ ਗੱਲ ਤੇ ਉਹ 18 ਨੁਕਾਤੀ ਪ੍ਰੋਗਰਾਮ ਦੀ ਹੈ। ਜਿਹੜੇ 18 ਨੁਕਾਤੀ ਪ੍ਰੋਗਰਾਮ ਹੈਗੇ ਆ ਉਹ ਆਪਣੇ ਆਪ ਵਿੱਚ ਪੂਰੀ ਕਿਤਾਬ ਹੈਗੀ ਹੈ। ਸਭ ਤੋਂ ਔਖੇ ਉਹਨਾਂ ਵਿੱਚੋਂ 5 ਵਾਅਦੇ ਹੈਗੇ ਆ, ਜਿਨ੍ਹਾਂ 5 ਵਾਅਦਿਆਂ ਦੇ ਉੱਤੇ ਬੜੇ ਹੀ ਪੁਰਜੋਰ ਤਰੀਕੇ ਨਾਲ ਇਹ ਜਿਹੜੀ ਨਵੀਂ ਕੈਬਨਿਟ, ਨਵੇਂ ਮੁੱਖ ਮੰਤਰੀ ਜਾਂ ਨਵਾਂ ਇੱਕ ਸਰਕਾਰ ਬਣੀ ਹੈ, ਉਹ ਆਪਣੇ ਆਪ ਵਿੱਚ ਹਮੇਸ਼ਾ ਕਲੇਮ ਕਰਦੀ ਹੈ ਵੀ ਇਹਨਾਂ ਮੁੱਦਿਆਂ ਤੇ ਅਸੀਂ ਕੰਮ ਕਰਾਂਗੇ ਹੀ, ਪਰ ਕਿੱਦਾਂ ਕਰਨਗੇ ਇਹ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਤੇ ਕਿੱਦਾਂ ਬਦਲਾਅ ਆਏਗਾ ਉਹ ਵੀ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਔਰ ਕੈਪਟਨ ਅਮਰਿੰਦਰ ਸਿੰਘ ਦੀ ਸਿਸਵਾ ਫਾਰਮ ਦੇ ਵਿੱਚ ਕੌਣ ਆਉਂਦੇ ਨੇ, ਕੌਣ ਜਾਂਦੇ ਨੇ, ਦਿੱਲੀ ਕਿਹਨੂੰ ਫੋਨ ਜਾਂਦੇ ਨੇ, ਦਿੱਲੀ ਤੋਂ ਕਿਹੜੇ ਫੋਨ ਆਉਂਦੇ ਨੇ, ਇਹਦੇ ਉੱਤੇ ਵੀ ਸਾਰਿਆਂ ਦੀ ਨਜ਼ਰ ਹੈ। ਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਬਦਲਾਅ, ਕੁਝ ਤੂਫਾਨ, ਕੁਝ ਕ੍ਰਾਂਤੀ ਬੜੀ ਛੇਤੀ ਆਉਣ ਵਾਲੀ ਹੈ, ਇਹਦਾ ਅਹਿਸਾਸ ਸਾਨੂੰ ਜ਼ਰੂਰ ਹੋਗਾ। ਬਿਲਕੁਲ ਭਾਸਕਰ ਸਾਹਿਬ, ਜਿਹੜੀ ਅੱਜ ਕੈਬਨਿਟ ਦੀ ਮੀਟਿੰਗ ਹੈ ਜਾਂ ਲਗਾਤਾਰ ਕੱਲ ਦੇਰ ਸ਼ਾਮ ਤੱਕ ਮਨਪ੍ਰੀਤ ਬਾਦਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਬੈਠਕਾਂ ਦਾ ਦੌਰ ਹੈ, ਇਹ ਵੀ ਕੁਝ ਸੰਕੇਤ ਕਰਦਾ ਹੈ। ਉਧਰ ਪੰਜਾਬ ਦੇ ਅਕਾਲੀ ਹਲਕੇ ਮਹਿਸੂਸ ਕਰਦੇ ਆ ਕਿ ਇੱਕ ਵੱਡੇ ਅਕਾਲੀ ਲੀਡਰ ਜਿਹੜੇ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਆਉਂਦੇ ਨੇ, ਉਹਨਾਂ ਦੀ ਗੈਰ ਹਾਜ਼ਰੀ ਰੜਕ ਰਹੀ ਹੈ ਸਰਕਾਰ ਦੇ ਗਠਨ ਤੋਂ ਹੁਣ ਤੱਕ। ਲਗਾਤਾਰ ਇਸ ਤਰ੍ਹਾਂ ਦੀਆਂ ਵੀ ਕੰਸੋਆਂ ਨੇ ਕਿ ਜਿਸ ਤਰ੍ਹਾਂ ਲਗਾਤਾਰ ਦਾਅਵੇ ਕੀਤੇ ਜਾਂਦੇ ਰਹੇ ਆ, ਉਹਨਾਂ ਨੂੰ ਲੈ ਕੇ ਕਾਹਲੀ 'ਚ ਕੋਈ ਫੈਸਲਾ ਹੋ ਸਕਦਾ ਹੈ। ਇਹ ਤੋਂ ਅਗਲਾ ਸਵਾਲ ਇਹ ਵੀ ਖੜਾ ਹੈ ਕਿ ਮਨਪ੍ਰੀਤ ਬਾਦਲ ਦੀ ਸਥਿਤੀ ਪ੍ਰਭਾਵੀ ਹੋ ਰਹੀ ਹੈ ਕਿ ਉਹ ਫਿਰ ਤੋਂ ਵਿੱਤ ਮੰਤਰੀ ਹੋਣਗੇ ਜਾਂ ਉਹਦੇ ਨਾਲ ਉਹਨਾਂ ਦੀ ਕੋਈ ਜ਼ਿੰਮੇਵਾਰੀ 'ਚ ਇਜ਼ਾਫਾ ਵੀ ਹੋਊਗਾ। ਇੱਕ ਕੰਸੋਆਂ ਇਹ ਵੀ ਨੇ ਕਿ ਜੇਕਰ ਕਾਂਗਰਸ ਜਿੱਤਦੀ ਹੈ 2022 ਦੇ ਵਿੱਚ ਤੇ ਅਗਲੀ ਵਾਰ ਦਾ ਚਿਹਰਾ
ਮਨਪ੍ਰੀਤ ਬਾਦਲ ਲਗਭਗ ਫਾਈਨਲ ਕੀਤਾ ਜਾ ਚੁੱਕਿਆ। ਨਵਜੋਤ ਸਿੰਘ ਸਿੱਧੂ ਨਜ਼ਰ ਜ਼ਰੂਰ ਆ ਰਿਹਾ, ਲੇਕਿਨ ਮਨਪ੍ਰੀਤ ਬਾਦਲ ਦੀ ਕ੍ਰੈਡੀਬਿਲਿਟੀ, ਕਾਂਗਰਸ ਹਲਕਿਆਂ ਦੇ ਵਿੱਚ ਉਹਨਾਂ ਦੀ ਵਿਸ਼ਵਾਸਯੋਗਤਾ ਔਰ ਖਾਸ ਤੌਰ ਤੇ ਗਾਂਧੀ ਪਰਿਵਾਰ ਦੇ ਨਾਲ ਜਿਹੜੀ ਸੰਜੀਦਗੀ ਪੱਧਰ ਦੀ ਇੱਕ ਰਿਸ਼ਤੇ ਨਾਤੇ ਬਣੇ ਨੇ, ਉਹਦੇ ਵਿੱਚ ਮਨਪ੍ਰੀਤ ਬਾਦਲ ਬਾਜੀ ਮਾਰਦੇ ਦਿਸੇ ਨੇ। ਚੰਨੀ ਦਾ, ਮੁੱਖ ਮੰਤਰੀ ਸਾਹਿਬ ਦਾ ਲਗਾਤਾਰ ਉਹਨਾਂ ਤੋਂ ਅਗਵਾਈ ਜਾਂ ਸਲਾਹ ਲੈਣਾ ਜਾਂ ਉਹਨਾਂ ਦੇ ਨਾਲ ਬੈਠਣਾ ਇਹ ਸੰਕੇਤ ਕਰ ਰਿਹਾ ਕਿ ਫੈਸਲੇ ਲੈਣ ਲੱਗਿਆਂ ਸ਼ਿੱਦਤ ਨਾਲ ਦੇਖਿਆ ਜਾਊਗਾ ਕਿ ਕਿਹੜੇ ਫੈਸਲੇ ਸਿਰੇ ਚੜਾਏ ਜਾ ਸਕਦੇ ਆ। ਲੇਕਿਨ ਜਿਹੜੀ ਕੱਲ ਦੀ ਉਹਨਾਂ ਦੀ ਵਿਜ਼ਿਟ ਸੀ, ਜਿਹੜਾ ਮਾਲਵੇ ਦੇ ਵਿੱਚ ਜਾਣਾ ਔਰ ਮਾਲਵੇ ਦੇ ਵਿੱਚ ਸ਼ਗਨ ਕਿਸੇ ਨੂੰ ਪਾਉਣਾ, ਨਵਿਆਏ ਜੋੜੇ ਨੂੰ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਪਪੂਲਰ ਫੇਸ ਬਣਾ ਰਹੀਆਂ ਚਰਨਜੀਤ ਸਿੰਘ ਚੰਨੀ ਨੂੰ। ਬੜੀ ਕਾਹਲੀ ਦੇ ਵਿੱਚ ਤੇ ਬੜੀ ਜਲਦੀ ਦੇ ਵਿੱਚ ਸਰਕਾਰ ਨੇ ਭਾਵੇਂ ਕੁਝ ਵੀ ਨਹੀਂ ਕੀਤਾ, ਲੇਕਿਨ ਚਰਨਜੀਤ ਸਿੰਘ ਚੰਨੀ ਸਥਾਪਿਤ ਹੋਣ ਵੱਲ ਵੱਧ ਰਿਹਾ। ਉਹਨਾਂ ਦੇ ਸ਼ਰੀਕ ਵੀ ਕੋਈ ਘੱਟ ਨਹੀਂ, ਲੇਕਿਨ ਅਜੇ ਫਿਲਹਾਲ ਸਰਕਾਰ ਨੂੰ ਕੋਈ ਬਹੁਤ ਵੱਡੀ ਚੈਲੰਜ ਨਹੀਂ, ਲੇਕਿਨ ਚੈਲੰਜ ਇੱਕ ਇੱਕ ਦਿਨ ਦੇ ਨਾਲ ਵੱਧਦੇ ਜਾਣਗੇ। 15 ਦਿਨ ਬਾਅਦ ਸਰਕਾਰ ਦਾ ਚਿਹਰਾ ਸਾਫ਼ ਹੋ ਜਾਊਗਾ ਕਿ ਇਹ ਕਿੱਥੇ ਖੜੀ ਹੈ ਤੇ ਕਿਵੇਂ ਖੜੀ ਹੈ। ਵਿਰੋਧ ਭਾਵੇਂ ਦੁਆਬੇ ਵਾਲਿਆਂ ਕਰਤਾ ਰਾਣੇ ਗੁਰਜੀਤ ਦਾ ਤੇ ਭਾਵੇਂ ਨਾਗਰੇ ਨੂੰ ਬਾਹਰ ਕਰਾਤਾ ਗਿਆ, ਉਧਰਲੇ ਬੰਨੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਅਜੇ ਵੀ ਸੰਕੇਤ ਕਰਦੀਆਂ ਧੜੇਬੰਦੀ ਦੀਆਂ, ਅਜੇ ਗੱਲ ਮੁੱਕੀ ਨਹੀਂ। ਉਹ ਅਥਰੂ ਜਿਹੜੇ ਕਿ ਬਲਬੀਰ ਸਿੰਘ ਸਿੱਧੂ ਦੇ ਸੀ ਤੇ ਉਹ ਤਕਲੀਫ ਜਿਹੜੀ ਕਾਂਗੜ ਦੀ ਸੀ ਉਹ ਸਾਫ਼ ਦਿਸਦੀ ਪਈ ਹੈ, ਔਰ ਉਧਰਲੇ ਬੰਨੇ ਕਿੱਕੀ ਢਿੱਲੋਂ ਦਾ ਰੋਸ, ਇਹ ਸਾਰੇ ਰੋਸ ਨਾਲ ਨਾਲ ਹੀ ਤੁਰਨਗੇ। ਭਾਣਾ ਕੌਣ ਮੰਨ ਲੈਂਦਾ, ਕੌਣ ਚੁੱਪ ਕਰਕੇ ਬਹਿ ਜਾਂਦਾ, ਕੌਣ ਲੜਾਈ ਵਿੱਢ ਲੈਂਦਾ, ਕੌਣ ਕੈਪਟਨ ਕੈਂਪ 'ਚ ਖੜਾ ਹੁੰਦਾ, ਇਹ ਦੇਖਣਾ ਹੋਊਗਾ। ਲੇਕਿਨ ਇੱਕ ਖਬਰ ਜਿਹੜੀ ਪੁਖਤਾ ਹੋ ਰਹੀ ਆ ਕਿ ਲੀਡਰਸ਼ਿਪ ਜਿਹੜੀ ਸੈਂਟਰਲ ਲੀਡਰਸ਼ਿਪ ਹੈ, ਮੋਦੀ ਸਰਕਾਰ ਹੈ, ਉਹ ਜਿਹੜੀ ਕਿਸਾਨਾਂ ਨਾਲ ਗੱਲ ਮੁਕਾਉਣ ਦੇ ਰੌਂ 'ਚ ਹੈ। ਇਹ ਗੱਲ ਜਿਹੜੀ ਜਿੱਦ ਵਾਲੀ ਸੀ ਉਹ ਜਿੱਦ ਕਾਫੀ ਪਿਘਲ ਚੁੱਕੀ ਆ, ਔਰ ਇਹਨਾਂ ਰਿਸ਼ਤਿਆਂ ਦੇ ਉੱਤੇ ਜਿਹੜੀ ਜੰਮੀ ਬਰਫ਼ ਸੀ ਸੁਣਿਆ ਖੁਰ ਰਹੀ ਆ। ਕਿਸਾਨ ਆਗੂ ਵੀ ਚਾਹੁੰਦੇ ਆ ਕਿ 2022 ਦੀ ਜਿਹੜੀ ਇਲੈਕਸ਼ਨ ਆ ਪੰਜਾਬ ਦੀ, ਇਹਦੇ ਵਿੱਚ ਅਸੀਂ ਗੈਰ ਪ੍ਰਸੰਗਿਕ ਨਾ ਹੋ ਜਾਈਏ। ਉਸ ਤੋਂ ਪਹਿਲਾਂ ਜੇ ਮਸਲਾ ਹੱਲ ਹੋਵੇ ਤਾਂ ਬਹੁਤ ਸਾਰੇ ਖਾਹਿਸ਼ੀ ਲੋਕ ਵੀ ਹੈਗੇ ਆ, ਲੇਕਿਨ ਬਹੁਤ ਸਾਰੇ ਇਹ ਵੀ ਸਮਝਦੇ ਆ ਕਿ ਕੋਈ ਵੋਟਾਂ ਰਾਹੀਂ ਤਬਦੀਲੀ ਦੀ ਇਸ ਪ੍ਰਕਿਰਿਆ ਦੇ ਵਿੱਚ ਅਸੀਂ ਸ਼ਾਮਲ ਹੋਈਏ। ਇਹ ਨਾ ਹੋਵੇ ਕਿ 22 ਲੰਘਣ ਤੋਂ ਬਾਅਦ ਅਗਲੇ 5 ਸਾਲ ਲਈ ਫਿਰ ਅਸੀਂ ਤਹਿਸੀਲਾਂ ਅੱਗੇ ਧਰਨੇ ਲਾਉਣ ਜੋਗੇ ਰਹੀਏ। ਸਾਨੂੰ ਪਾਰਟਿਸਿਪੇਸ਼ਨ ਕਰਨੀ ਚਾਹੀਦੀ ਆ ਇਹਦੇ ਵਿੱਚ 2022 ਦੀ ਅਸੈਂਬਲੀ ਇਲੈਕਸ਼ਨ 'ਚ। ਸੋ ਮੈਨੂੰ ਤੁਹਾਡੇ ਨਾਲ ਵੀ ਇੱਕ ਬਹੁਤ ਵੱਡੇ ਭਾਜਪਾ ਦੇ ਲੀਡਰ ਨੇ ਸੰਪਰਕ ਕੀਤਾ, ਜਿਹੜੇ ਕਿ ਸੰਵਿਧਾਨਕ ਪੋਸਟ ਉੱਤੇ ਨੇ ਭਾਰਤ ਸਰਕਾਰ ਦੇ ਵਿੱਚ। ਮੈਨੂੰ ਖੋਲ ਕੇ ਜ਼ਰਾ ਦੱਸਿਓ, ਗੱਲ ਤਾਂ ਅੱਗੇ ਵੱਧ ਰਹੀ ਆ। ਮੇਰੇ ਕੋਲ ਜਿਹੜੇ ਸਰੋਤ ਨੇ ਉਹ ਤਾਂ ਇਹ ਪੁਖਤਾ ਕਰੇ ਕਿ 15-20 ਦਿਨ ਦੇ ਵਿੱਚ ਗੱਲ ਕਿਸੇ ਸਿਰੇ ਲੱਗ ਜੂ। ਕੇਂਦਰ ਲਾਉਣਾ ਚਾਹੁੰਦਾ, ਹੁਣ ਉਹ ਅੜਨਾ ਨਹੀਂ ਚਾਹੁੰਦਾ। ਯੂਪੀ ਦੀ ਇਲੈਕਸ਼ਨ ਤੋਂ ਪਹਿਲਾਂ ਉਹ ਰੱਸੇ ਪੈੜੇ ਵੱਟ ਲੈਣਾ ਚਾਹੁੰਦੇ ਆ, ਪੰਜਾਬ ਨੂੰ ਬੈਨੀਫਿਟ ਹੋ ਸਕਦਾ। ਸੋ ਮੈਨੂੰ ਇਹ ਪਹਿਲਾਂ ਤਾਂ ਦੱਸਿਓ ਕਿ ਕਿਸਾਨੀ ਵਾਲਾ ਮਾਮਲਾ, ਕਿਉਂਕਿ ਅੱਜ ਕਿਸਾਨਾਂ ਨੇ ਫਿਰ ਦਮ ਦਿਖਾਇਆ, ਬੰਦ ਹੋ ਰਿਹਾ ਭਾਰਤ, ਕਿੰਨਾ ਹੋ ਰਿਹਾ, ਲੇਕਿਨ ਪੰਜਾਬ ਪੂਰੀ ਤਰ੍ਹਾਂ ਬੰਦ ਹੋ ਗਿਆ। ਕਿਸਾਨੀ ਦੀ ਗੱਲ ਕਰਨ ਤੋਂ ਪਹਿਲੇ ਜਿਹੜੀ ਗੱਲ ਤੁਸੀਂ ਸ਼ੁਰੂਆਤ ਕੀਤੀ ਸੀਗੀ ਮਨਪ੍ਰੀਤ ਬਾਦਲ ਤੋਂ, ਕਿ ਮਨਪ੍ਰੀਤ ਬਾਦਲ ਇਸ ਪੂਰੇ ਕੈਬਨਿਟ ਐਕਸਪੈਂਸ਼ਨ ਦੀ ਐਕਸਰਸਾਈਜ਼ ਦੇ ਵਿੱਚ ਇੱਕ ਵੱਡੇ ਲੀਡਰ ਵਜੋਂ ਉੱਭਰੇ ਨੇ। ਔਰ ਜਿਸ ਤਰੀਕੇ ਨਾਲ ਚੰਨੀ ਉਹਨਾਂ ਦੇ ਬਾਰੇ 'ਚ ਜਦ ਉਹ ਮੁੱਖ ਮੰਤਰੀ ਅਨਾਉਂਸ ਹੋਏ ਸੀਗੇ ਤੇ ਸਭ ਤੋਂ ਪਹਿਲੇ ਨਾਲ ਦੀ ਕੰਧ ਜੋ ਉਹਨਾਂ ਦੀ ਨਾਲ ਲੱਗਦੀ ਹੈ ਮਨਪ੍ਰੀਤ ਬਾਦਲ ਉਹਨਾਂ ਦੇ ਘਰ ਦੇ ਨਾਲ, ਯਾਨੀ ਦੋਨਾਂ ਦਾ ਘਰ ਬਿਲਕੁਲ ਪੜੋਸੀ ਹੈਗੇ ਨੇ, ਉਹ ਸਿੱਧਾ ਉਹ ਮਨਪ੍ਰੀਤ ਬਾਦਲ ਦੇ ਘਰ ਜਾਂਦੇ ਨੇ। ਪਿਛਲੇ 5 ਦਿਨਾਂ ਦੇ ਵਿੱਚ ਘੱਟ ਤੋਂ ਘੱਟ 4 ਵਾਰ ਉਹ ਆਪਣੇ ਘਰੋਂ ਨਿਕਲਦੇ ਨੇ, ਮਨਪ੍ਰੀਤ ਬਾਦਲ ਉਹਨਾਂ ਔਰ ਚੰਨੀ ਉਹਨਾਂ ਔਰ ਮਨਪ੍ਰੀਤ ਬਾਦਲ ਦੇ ਵਿੱਚ ਘਰ ਚਲੇ ਜਾਂਦੇ ਨੇ। ਇਸ ਗੱਲ ਦੇ ਮਤਲਬ ਹੈਗੇ ਨੇ, ਹੁਣ ਜਦ ਮਨਪ੍ਰੀਤ ਬਾਦਲ ਔਰ ਚੰਨੀ ਉਹਨਾਂ ਦੇ ਘਰ ਸੀਗੇ ਤੇ ਆਪਣੇ ਘਰੋਂ ਨਿਕਲ ਕੇ ਪੈਦਲ ਉਹ ਮਨਪ੍ਰੀਤ ਬਾਦਲ ਦੇ ਵੀ ਘਰ ਜਾਂਦੇ ਨੇ, ਔਰ ਕੈਮਰੇ ਪੂਰੇ ਇਸ ਗੱਲ ਨੂੰ ਬਕਾਇਦਾ ਦਿਖਾਉਂਦੇ ਨੇ ਕਿ ਮਨਪ੍ਰੀਤ ਬਾਦਲ ਉਹਨਾਂ ਦੇ ਘਰ ਜਾ ਰਹੇ। ਇਹਦਾ ਮਤਲਬ ਹੈ ਇਹ ਸਿਰਫ ਗੱਲ ਦਿਖਾਉਣ ਵਾਲੀ ਹੈਗੀ ਹੈ। ਚੰਨੀ ਉਹਨਾਂ ਔਰ ਮਨਪ੍ਰੀਤ ਬਾਦਲ ਉਹਨਾਂ ਇਹ ਗੱਲ ਸ਼ੋਅ ਕਰਨਾ ਚਾਹੁੰਦੇ ਆ ਕਿ ਮੁੱਖ ਮੰਤਰੀ ਚੰਨੀ ਉਹਨਾਂ ਨੂੰ ਜਦ ਬਣਾਇਆ ਤਾਂ ਉਹਦੇ ਵਿੱਚ ਇੱਕ ਰੋਲ ਸੀਗਾ। ਅੱਜ ਅਖਬਾਰਾਂ ਦੇ ਵਿੱਚ ਵੀ ਖਬਰ ਛਪੀ ਹੈ ਤੇ ਉਹਦੇ ਵਿੱਚ ਵੀ ਮਨਪ੍ਰੀਤ ਬਾਦਲ ਦਾ ਜਿਹੜਾ ਰੋਲ ਸੀਗਾ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਬਣਾਉਣ ਵਾਸਤੇ, ਉਹ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਕਿ ਮੈਂ ਇੱਕ ਵੱਡਾ ਰੋਲ ਨਿਭਾਇਆ। ਦਿੱਲੀ ਵਿੱਚ ਜੇ ਕੈਬਨਿਟ ਐਕਸਪੈਂਸ਼ਨ ਦੇ ਬਾਰੇ 'ਚ ਗੱਲਬਾਤ ਹੋ ਰਹੀ ਸੀ ਤੇ ਉਹਦੇ ਵਿੱਚ ਸੁਨੀਲ ਜਾਖੜ ਉਹਨਾਂ ਔਰ ਮਨਪ੍ਰੀਤ ਬਾਦਲ ਉਹਨਾਂ ਇੱਕ ਵੱਡਾ ਰੋਲ ਨਿਭਾਉਂਦੇ ਨੇ। PPCC ਪ੍ਰਧਾਨ ਜਿਹਦੇ ਕਰਕੇ ਇਹ ਸਾਰਾ ਕੁਝ ਹੋਇਆ, ਜਿਨ੍ਹਾਂ ਨੇ ਲੜਾਈ ਛੇੜੀ ਸੀਗੀ, ਉਹ ਕੈਬਨਿਟ ਐਕਸਪੈਂਸ਼ਨ ਦੇ ਦੌਰ ਦੇ ਵਿੱਚ ਬਹੁਤੇ ਨਜ਼ਰ ਨਹੀਂ ਆਉਂਦੇ। ਲਾਸਟ ਅੰਮ੍ਰਿਤਸਰ ਦੌਰੇ ਤੋਂ ਬਾਅਦ ਚੰਨੀ ਉਹਨਾਂ ਔਰ ਨਵਜੋਤ ਸਿੰਘ ਸਿੱਧੂ ਉਹਨਾਂ ਇੱਕ ਫਰੇਮ ਦੇ ਵਿੱਚ ਕਿਸੇ ਜਗ੍ਹਾ ਨਜ਼ਰ ਨਹੀਂ ਆਏ। ਕੋਈ ਨਾ ਕੋਈ ਇੰਸਟਰਕਸ਼ਨ ਤੇ ਪਾਸ ਹੋਈ ਹੈ, ਉਹ ਭਾਵੇਂ ਚੰਨੀ ਉਹਨਾਂ ਨੂੰ ਹੋਈ ਹੋਏ ਜਾਂ ਫਿਰ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਹੋਈ ਹੋਏ, ਪਰ ਉਹ ਫਰੇਮ ਤੋਂ ਮਿਸ ਹੋਣਾ ਉਹ ਆਪਣੇ ਆਪ ਵਿੱਚ ਮਨਪ੍ਰੀਤ ਬਾਦਲ ਉਹਨਾਂ ਦੇ ਕੱਦ ਨੂੰ ਉੱਚਾ ਜ਼ਰੂਰ ਕਰਦਾ ਔਰ PPCC ਪ੍ਰਧਾਨ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਆਪਣੀ ਆਰਗੇਨਾਈਜੇਸ਼ਨ ਦੇ ਉੱਤੇ ਧਿਆਨ ਦੇਣ ਵਾਸਤੇ
ਇੰਸਟਰਕਸ਼ਨ ਕਹਿ ਲਓ ਜਾਂ ਇੰਡੀਕੇਸ਼ਨ ਕਹਿ ਲਓ, ਉਹ ਜ਼ਰੂਰ ਹੁੰਦੀ ਹੈ। ਹੁਣ ਗੱਲ ਆਈ ਕਿਸਾਨੀ ਮੁੱਦੇ ਦੇ, ਤੁਹਾਡੀ ਮੈਂ ਗੱਲ ਇਹਦੇ 'ਚ ਇਹਦੇ 'ਚ ਇਹਦੇ 'ਚ ਇੱਕ ਲਾਈਨ ਸ਼ਾਮਲ ਕਰਦੇ ਹਾਂ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਫੋਟੋ ਜਿਹੜੀ ਬੜੀ ਵਾਇਰਲ ਹੁੰਦੀ ਰਹੀ, ਸਿੱਧੂ ਸਾਹਿਬ ਦੇ ਨਾਲ ਇੱਕ ਪਾਸੇ ਰਾਜਾ ਵੜਿੰਗ ਔਰ ਪ੍ਰਗਟ ਸਿੰਘ ਖੜੇ ਸੀ ਔਰ ਦੂਜੇ ਬੰਨੇ ਕੁਲਜੀਤ ਨਾਗਰਾ ਖੜੇ ਸੀ। ਪਰਸੋਂ ਸ਼ਾਮ ਦੀ ਇਹ ਤਸਵੀਰ ਸੰਕੇਤ ਕਰ ਰਹੀ ਸੀ ਕਿ ਉਹਨਾਂ ਨੇ ਆਪਣੀ ਬ੍ਰਿਗੇਡ ਦੇ ਬੰਦੇ ਐਡਜਸਟ ਕੀਤੇ ਨੇ, ਲੇਕਿਨ ਅਚਨਚੇਤ ਨਾਗਰਾ ਦਾ ਬਾਹਰ ਹੋ ਜਾਣਾ, ਭਾਵੇਂ ਉਹਨਾਂ ਨੇ ਬਾਅਦ ਚ ਸਫਾਈ ਦਿੱਤੀ, ਪਰ ਉਹਨਾਂ ਦੀਆਂ ਅੱਖਾਂ, ਉਹਨਾਂ ਦਾ ਚਿਹਰਾ, ਉਹਨਾਂ ਦੇ ਸ਼ਬਦ ਇੱਕ ਦੂਜੇ ਦਾ ਸਾਥ ਨਹੀਂ ਸੀ ਦੇ ਰਹੇ। ਉਹ ਕਹਿੰਦੇ ਮੈਂ ਅਸਤੀਫਾ ਦਿੱਤਾ ਹੋਇਆ ਸੀ, ਅਸਤੀਫਾ ਮੇਰਾ ਆਲਰੇਡੀ ਸਪੀਕਰ ਕੋਲ ਪਿਆ ਸੀ, ਮੈਂ 2 ਵਾਰੀ ਦਿੱਤਾ, ਲੇਕਿਨ ਉਹ ਅਸਤੀਫੇ ਦੀ ਕਾਪੀ ਸਾਡੇ ਕੋਲ ਵੀ ਹੈ। ਅਸਤੀਫਾ ਆਪਣੀ ਜਗ੍ਹਾ ਹੈ, ਜਿੰਨਾ ਚਿਰ ਪ੍ਰਵਾਨ ਨਹੀਂ ਹੁੰਦਾ, ਬੰਦਾ ਐਮਐਲਏ ਆ, ਉਹਦਾ ਨਾਂ ਆ ਚੁੱਕਿਆ ਸੀ, ਹਾਲਾਂਕਿ ਕਹਿੰਦੇ ਲਿਸਟ ਤਾਂ ਕੋਈ ਜਾਰੀ ਨਹੀਂ ਹੋਈ, ਪਰ ਇਹ ਸੰਕੇਤ ਸੀ ਬਾਡੀ ਲੈਂਗੁਏਜ ਤੋਂ ਕਿ ਉਹ ਮੰਤਰੀ ਬਣੇ ਰਹਿ ਗਏ। ਉਹਨਾਂ ਦੇ ਅੰਦਰ ਦਾ ਦੁੱਖ ਸਾਫ਼ ਝਲਕ ਰਿਹਾ ਸੀ। ਪਰ ਕੀ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜੇ, ਹਾਲਾਂਕਿ ਉਹਨਾਂ ਦੀ ਉੱਪਰ ਵੀ ਬਹੁਤ ਸੀਗੀ, ਉਹਨਾਂ ਨੂੰ ਡ੍ਰੌਪ ਕਰ ਦਿੱਤਾ ਜਾਣਾ, ਉਹਨਾਂ ਦਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਨਾ ਹੋਣਾ, ਕੀ ਨਵਜੋਤ ਸਿੰਘ ਸਿੱਧੂ ਦੀ ਆਖਰੀ ਸਮੇਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਸੀ ਉਹ ਨਹੀਂ ਹੋਈ? ਤੇ ਦੂਜੇ ਬੰਨੇ ਜਦੋਂ ਦੁਆਬੇ ਤੇ ਸਾਰੇ ਐਮਐਲਏ ਰਾਣੇ ਗੁਰਜੀਤ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੂੰ ਮਿਲਦੇ ਆ ਤੇ ਉਹਨਾਂ ਨੂੰ ਤਰੀਕੇ ਨਾਲ ਬਹੁਤ ਪਿਆਰ ਨਾਲ ਸੁਣਦੇ ਆ, ਲੇਕਿਨ ਉਸ ਤੋਂ ਬਾਅਦ ਰਾਣਾ ਗੁਰਜੀਤ ਫਿਰ ਸਹੁੰ ਚੁੱਕ ਜਾਂਦੇ ਆ। ਹਾਲਾਂਕਿ ਉਹਦੇ 'ਚ ਇੱਕ ਫੈਕਟਰ ਸ਼ਰੀਕੇਬਾਜ਼ੀ ਦਾ ਵੀ ਸੀ। ਜੇ ਸੁਖਪਾਲ ਸਿੰਘ ਖਹਿਰਾ ਸ਼ਾਇਦ ਨਾਲ ਨਾ ਜਾਂਦੇ, ਜੇ ਸੁਖਪਾਲ ਸਿੰਘ ਖਹਿਰਾ ਉਹਨਾਂ ਵਿਧਾਇਕਾਂ ਦੀ ਅਗਵਾਈ ਨਾ ਕਰ ਰਹੇ ਹੁੰਦੇ ਤਾਂ ਉਹਨਾਂ ਦੀ ਗੱਲ ਜ਼ਿਆਦਾ ਪੁਖਤਾ ਹੋਣੀ ਸੀ, ਕਿਉਂਕਿ ਇਹਨਾਂ ਦੋਨਾਂ ਦਾ ਸ਼ਰੀਕੇਬਾਜ਼ੀ, ਇਸ ਕਰਕੇ ਮੈਨੂੰ ਲੱਗਿਆ ਕਿ ਇਹਨੂੰ ਉਸੇ ਪੁਰਾਣੀ ਲੜਾਈ 'ਚ ਸਮਝ ਕੇ ਰਾਣਾ ਗੁਰਜੀਤ ਘੋੜੀ ਚੜ੍ਹ ਗਏ। ਲੇਕਿਨ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਦਾ ਲਾਸਟ ਮੂਮੈਂਟ ਦਾ ਦਖਲ ਨਜ਼ਰ ਅੰਦਾਜ਼ ਕੀਤਾ ਗਿਆ ਜਾਂ ਉਹਨਾਂ ਨੇ ਆਪ ਦਖਲ ਦੇਣਾ ਮੁਨਾਸਬ ਨਹੀਂ ਸਮਝਿਆ। ਇਹ ਵੀ ਗਲਿਆਰਿਆਂ 'ਚ ਗੱਲ ਘੁੰਮਦੀ ਰਹੂਗੀ ਕਿ ਆਖਰੀ ਮੂਮੈਂਟ ਤੇ ਸਿੱਧੂ ਚੁੱਪ ਕਰਕੇ ਦਖਲ ਦੇਣ ਤੋਂ ਪਿਛਾਂਹ ਹਟ ਕੇ ਉਹਨਾਂ ਦੇ ਆਪਣੇ ਜਿਹੜੇ ਖਾਸ ਬੰਦੇ ਉਹ ਰਹਿ ਗਏ, ਇਹਦੀ ਗੱਲ ਵੀ ਤੁਰਦੀ ਰਹੂਗੀ। ਹਾਲਾਂਕਿ ਪਾਰਟੀ ਪ੍ਰਧਾਨ ਦੇ ਸਾਰੇ ਹੀ ਖਾਸ ਹੁੰਦੇ। ਬਿਲਕੁਲ ਰੰਧਾਵਾ ਜੀ, ਦੁਆਬੇ ਦੇ ਵਿੱਚ ਕੱਲ ਸਵੇਰੇ ਤੋਂ ਇਹ ਗੱਲਾਂ ਚੱਲ ਰਹੀ ਸੀ ਕਿ ਅਚਾਨਕ 6 ਐਮਐਲਏ ਔਰ ਇੱਕ ਪੂਰਵ ਪ੍ਰਧਾਨ ਜਿਹੜੇ ਆਪਣੇ ਕੇਪੀ ਉਹਨਾਂ, ਮਹਿੰਦਰ ਸਿੰਘ ਕੇਪੀ ਉਹਨਾਂ, ਜਿਹੜੇ ਚੰਦੀ ਉਹਨਾਂ ਦੇ ਰਿਸ਼ਤੇਦਾਰ ਵੀ ਹੈਗੇ ਨੇ, ਉਹਨਾਂ ਨੇ ਚਿੱਠੀ ਲਿਖੀ ਸਿੱਧੂ ਉਹਨਾਂ ਨੂੰ ਕਿ ਵੀ ਰਾਣਾ ਗੁਰਜੀਤ ਸਿੰਘ ਉਹਨਾਂ ਨੂੰ ਮੰਤਰੀ ਨਾ ਬਣਾਇਆ ਜਾਏ। ਉਹਦੇ ਵਿੱਚੋਂ ਭਾਵੇਂ ਖਹਿਰਾ ਸਾਹਿਬ ਹੋਣ, ਭਾਵੇਂ ਸੁਸ਼ੀਲ ਰਿੰਕੂ ਹੋਏ ਜਾਂ ਫਿਰ ਹੋਰ, ਇਹ ਕਿਸੇ ਨਾ ਕਿਸੇ ਜਗ੍ਹਾ ਸੁਸ਼ੀਲ ਰਿੰਕੂ ਉਹਨਾਂ ਦੀ ਜਿਹੜੀ ਕੈਪਟਨ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਦੋਸਤੀ, ਉਹਨਾਂ ਦੇ ਨਾਲ ਉਹਨਾਂ ਦਾ ਇੱਕ ਗੁੱਟ ਦੇ ਰੂਪ ਵਿੱਚ ਨਜ਼ਰ ਆਉਣਾ, ਔਰ ਬਾਵਾ ਹੈਨਰੀ ਯਾਨੀ ਜੋ ਪੰਜਾਬ ਜਲੰਧਰ ਦੇ ਐਮਐਲਏ ਹੈਗੇ ਹੈ, ਉਹ ਰਾਣਾ ਗੁਰਜੀਤ ਦੇ ਵਿਰੋਧ ਵਿੱਚ ਸ਼ੁਰੂ 'ਚ ਰਹੇ ਨੇ। ਪਰ ਉਸ ਚਿੱਠੀ ਨੂੰ ਲੈ ਕੇ ਜਦ ਇਹ ਐਮਐਲਏ ਨਵਜੋਤ ਸਿੰਘ ਸਿੱਧੂ ਨੂੰ ਪਟਿਆਲੇ 'ਚ ਮਿਲਦੇ ਨੇ ਔਰ ਉਸ ਚਿੱਠੀ ਨੂੰ ਲੈ ਕੇ ਸਿੱਧਾ ਪਟਿਆਲੇ ਤੋਂ ਉਹ ਚੰਡੀਗੜ੍ਹ ਵੱਲ ਰਵਾਨਾ ਹੁੰਦੇ ਨੇ, ਤੇ ਇੰਨੇ ਦੇ ਵਿੱਚ ਹੀ ਉਹ ਅਨਾਉਂਸਮੈਂਟ ਆ ਜਾਂਦੀ ਹੈ ਕਿ ਕੁਲਜੀਤ ਨਾਗਰਾ ਉਹਨਾਂ ਨੂੰ ਡ੍ਰੌਪ ਕਰਦਾ। ਯਾਨੀ ਇਸ ਤੋਂ ਪਹਿਲੇ ਕਿ ਉਸ ਚਿੱਠੀ ਦੇ ਆਧਾਰ ਤੇ ਉਹ ਕੋਈ ਗੱਲ ਮੁੱਖ ਮੰਤਰੀ ਨਾਲ ਜਾਂ ਦਿੱਲੀ ਦੇ ਵਿੱਚ ਕਰਦੇ, ਉਸ ਤੋਂ ਪਹਿਲੇ ਹੀ ਉਹ ਡਿਸੀਜਨ ਹਾਈਕਮਾਨ ਦਾ ਆ ਜਾਣਾ ਕਿ ਨਾਗਰਾ ਉਹਨਾਂ ਡ੍ਰੌਪ ਹੋ ਗਏ। ਤੇ ਨਾਗਰਾ ਉਹਨਾਂ ਨੂੰ ਡ੍ਰੌਪ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਨਾਗਰਾ ਉਹਨਾਂ ਨੂੰ ਸਰਕਾਰ ਨੇ ਜਾਂ ਪਾਰਟੀ ਨੇ ਕਿਸੇ ਹਾਸ਼ੀਆ ਤੇ ਰੱਖਿਆ ਹੋਏ। ਨਾਗਰਾ ਉਹਨਾਂ ਵਾਸਤੇ ਇੱਕ ਵੱਡਾ ਰੋਲ ਸੋਚਿਆ ਗਿਆ ਔਰ ਨਾਗਰਾ ਉਹਨਾਂ ਦਾ ਰਾਹੁਲ ਗਾਂਧੀ ਦੇ ਨਾਲ ਜਿੰਨੀ ਨਜ਼ਦੀਕੀ ਹੈਗੀ ਹੈ ਜਗ ਜ਼ਾਹਿਰ ਹੈਗੀ ਹੈ। ਤੇ ਇਸ ਨੂੰ ਤੁਸੀਂ ਹਲਕੇ 'ਚ ਨਾ ਲਓ ਕਿ ਨਾਗਰਾ ਉਹਨਾਂ ਦਾ ਨਾਂ ਡ੍ਰੌਪ ਕਰਨ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਵੀ ਨਾਗਰਾ ਉਹਨਾਂ ਦਾ ਪੋਲੀਟੀਕਲ ਕੈਰੀਅਰ ਖਤਮ ਹੋ ਗਿਆ। ਉਹਨਾਂ ਵਾਸਤੇ ਕੋਈ ਬਹੁਤ ਵੱਡਾ ਰੋਲ ਦੇਖਿਆ ਗਿਆ। ਔਰ ਦੂਜੀ ਗੱਲ, ਸੁਨੀਲ ਜਾਖੜ ਉਹਨਾਂ ਕੈਬਨਿਟ ਐਕਸਪੈਂਸ਼ਨ ਦੇ ਮੁੱਦੇ ਤੇ ਵਿੱਚ ਦਿੱਲੀ 'ਚ ਦੇਖੇ ਗਏ, ਪਰ ਜਦ ਕੱਲ ਕੈਬਨਿਟ ਐਕਸਪੈਂਸ਼ਨ ਹੋ ਰਿਹਾ ਸੀ ਉਹ ਗਵਰਨਰ ਦੇ ਘਰ 'ਚ ਨਹੀਂ ਸੀਗੇ। ਉਹ ਵੀ ਇੱਕ ਬੜੀ ਸਸਪੀਸ਼ੀਅਸ ਦੀ ਗੱਲ ਹੈਗੀ ਆ, ਉਹਨਾਂ ਦਾ ਉੱਥੇ ਨਾ ਹੋਣਾ, ਕਿਉਂ ਨਾ ਹੋਣਾ। ਔਰ ਜਦ ਕਿ ਕਵਾਇਦ ਕੈਬਨਿਟ ਐਕਸਪੈਂਸ਼ਨ ਦੀ ਉਹ ਕਰ ਰਹੇ ਸੀਗੇ, ਕਿਹਾ ਜਾਂਦਾ ਕੈਂਪੇਨ ਕਮੇਟੀ ਦੇ ਉਹ ਚੇਅਰਮੈਨ ਬਣਨਗੇ। ਨਾਗਰਾ ਉਹਨਾਂ ਨੂੰ ਵੀ ਇਸ ਮੁੱਦੇ 'ਤੇ ਕੋਈ ਵੱਡਾ ਰੋਲ ਸ਼ਾਇਦ ਕੈਂਪੇਨ ਕਮੇਟੀ ਦੇ ਵਿੱਚ ਜਾਂ ਕੋਈ ਪੰਜਾਬ ਦੇ ਵਿੱਚ ਕੋਈ ਨਵਾਂ ਰੋਲ ਮਿਲਣ ਵਾਲਾ, ਇਹਦੇ ਵੀ ਇੰਡੀਕੇਸ਼ਨ ਕੱਲ ਹੀ ਮਿਲ ਗਏ ਸੀਗੇ। ਪਰ ਹੁਣ ਜਿਸ ਪਾਸੇ ਗੱਲ ਤੁਰੀ ਹੈ, ਜਿਸ ਤਰੀਕੇ ਦੇ ਨਾਲ ਸਿੱਧੂ ਉਹਨਾਂ ਨੂੰ ਕਿਸੇ ਐਕਸ਼ਨ ਲੈਣ ਤੋਂ ਪਹਿਲੇ ਹੀ ਉਸ ਮੁੱਦੇ ਦੇ ਉੱਤੇ ਹਾਈਕਮਾਨ ਐਕਸ਼ਨ ਲੈ ਰਿਹਾ ਹੈ, ਇਹ ਆਪਣੇ ਆਪ ਵਿੱਚ ਪੰਜਾਬ ਦੇ ਵਿੱਚ ਰਾਜਨੀਤਿਕ ਸਮੀਕਰਨ ਚੇਂਜ ਹੋ ਰਹੇ ਨੇ, ਇਸ ਗੱਲ ਦੀ ਔਰ ਇੰਡੀਕੇਟ ਕਰਦਾ। ਔਰ ਚੰਨੀ ਉਹਨਾਂ ਨੂੰ ਇੱਕ ਤਰੀਕੇ ਨਾਲ ਸਕਸੈਸਫੁਲ ਚੀਫ ਮਿਨਿਸਟਰ ਬਣਾਉਣਾ, ਉਹਦੇ ਪਿੱਛੇ ਵੀ ਬਹੁਤ ਸਾਰੀ ਤਾਕਤਾਂ ਕੰਮ ਕਰ ਰਹੀਆਂ। ਔਰ ਉਮੀਦ ਹੈ ਕਰਦੇ ਹਾਂ ਕਿ ਚੰਨੀ ਉਹਨਾਂ ਅਗਰ ਆਪਣੇ ਕੰਮ ਦੇ ਵਿੱਚ, ਆਪਣੇ ਸੀਐਮ ਦੇ ਕਾਰਿਆਕਾਲ ਦੇ ਵਿੱਚ ਅਗਰ ਸਫਲ ਸਾਬਿਤ ਹੁੰਦੇ ਹੈ
ਤਾਂ ਕੋਈ ਵੱਡੀ ਗੱਲ ਨਹੀਂ, 2022 ਦੇ ਵਿੱਚ ਵੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਏਗਾ ਕਾਂਗਰਸ ਦੁਆਰਾ, ਔਰ ਸਿੱਧੂ ਉਹਨਾਂ ਦੇ ਨਾਲ ਕਿਤੇ ਇਹੀ ਨਾ ਹੋ ਜਾਏ ਨਾਤੇ ਦੇ ਉੱਤੇ ਰਹਿ ਗਏ। ਬਿਲਕੁਲ ਠੀਕ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਆਪਣਾ ਸਾਰਾ ਕੈਰੀਅਰ ਦਾਅ ਤੇ ਲਾਇਆ ਪੰਜਾਬ ਨੂੰ ਖੜੇ ਕਰਨ ਲਈ। ਨਵਜੋਤ ਸਿੰਘ ਸਿੱਧੂ ਨੂੰ ਦਾਤ ਦੇਣੀ ਬਣਦੀ ਹੈ ਕਿ ਉਸ ਵਿਅਕਤੀ ਨੇ ਆਪਣਾ ਸਫਲ ਕੈਰੀਅਰ, ਮੈਂ ਸਫਲ ਕਹੂੰਗਾ ਕਿਉਂਕਿ ਪੀਕ ਤੇ ਸੀਗੀ ਉਹਨਾਂ ਦੀ ਕਮੈਂਟਰੀ ਜਦੋਂ ਉਹ ਬੀਜੇਪੀ ਛੱਡਦੇ ਆ, ਤੇ ਬੀਜੇਪੀ ਤੁਹਾਨੂੰ ਪਤਾ ਹੀ ਹੈ ਕਿ ਕਾਰਪੋਰੇਟ ਖੇਤਰ ਦੇ ਵਿੱਚ ਕਿੰਨੀ ਪ੍ਰਭਾਵੀ ਪਾਰਟੀ ਹੈ। ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਨਵਜੋਤ ਸਿੰਘ ਸਿੱਧੂ ਨੂੰ ਹੋਣਾ ਹੈ, ਲੇਕਿਨ ਉਹਨਾਂ ਨੇ ਉਹ ਰਿਸਕ ਲਿਆ। ਫਿਰ ਉਸ ਤੋਂ ਬਾਅਦ ਉਹ ਕਪਲ ਦਾ ਸ਼ੋਅ ਛੱਡ ਦਿੰਦੇ ਆ। ਇਸ ਤੋਂ ਬਾਅਦ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਾਸ਼ੀਏ ਤੇ ਧੱਕਦੇ ਜਾਂਦੇ ਆ ਜਦੋਂ ਉਹ ਵਜ਼ਾਰਤ ਵਿੱਚੋਂ ਪਾਸੇ ਹੋ ਗਏ 2019 ਦੀ ਇਲੈਕਸ਼ਨ ਤੋਂ ਬਾਅਦ। ਫਿਰ ਸਥਿਤੀ ਜਿਹੜੀ ਹੈ ਉਹ ਸਖਾਵੀਂ ਹੁੰਦੀ ਆ ਜਦੋਂ ਮਾਝੇ ਵਾਲੇ ਲੜਾਈ ਵਿੱਢ ਦਿੰਦੇ ਆ, ਚਿਹਰਾ ਸਿੱਧੂ ਬਣ ਜਾਂਦੇ। ਹੁਣ ਨਵਜੋਤ ਸਿੰਘ ਸਿੱਧੂ ਇੱਕ ਵੇਲੇ ਪੂਰੀ ਤਰ੍ਹਾਂ ਡੋਮੀਨੇਟ ਕਰ ਜਾਂਦੇ ਆ ਜਦੋਂ ਪ੍ਰਧਾਨ ਬਣ ਜਾਂਦੇ ਕੈਪਟਨ ਅਮਰਿੰਦਰ ਦੀ ਵਿਰੋਧਤਾ ਦੇ ਬਾਵਜੂਦ। ਜਦੋਂ ਹੁਣ ਚੇਂਜ ਹੋਣੀ ਸੀ, ਇੰਜ ਲੱਗਦਾ ਸੀ ਸਿੱਧੂ ਹੀ ਚਿਹਰਾ ਹੋਣਗੇ, ਕਿ ਜੇਕਰ ਅਗਲੀ ਇਲੈਕਸ਼ਨ ਦੇ ਵਿੱਚ ਸਿੱਧੂ ਨੂੰ ਹੀ ਚਿਹਰਾ ਬਣਾਇਆ ਜਾਣਾ ਤਾਂ ਇਹਨਾਂ 2 ਮਹੀਨਿਆਂ 'ਚ ਜਿਹੜੇ ਵੀ ਕੰਮ ਸਿੱਧੂ ਕਰਨਗੇ, ਜਿਨ੍ਹਾਂ ਲਈ ਉਹ ਲੜਦੇ ਰਹੇ, ਉਹਨਾਂ ਦੇ ਜੇਬ 'ਚ ਹੋਣਗੇ ਤਾਂ ਲੋਕਾਂ ਨੂੰ ਫੇਸ ਕਰਨਾ ਸੌਖਾ ਹੋਊਗਾ। ਤੇ ਇਸ ਲੜਾਈ 'ਚ ਕਾਮਯਾਬੀ ਨਹੀਂ ਮਿਲੀ। ਇਹਦਾ ਮਤਲਬ ਹੈ ਕਿ ਸਿਆਸਤ ਵਿੱਚ ਕੁਝ ਸਥਿਰ ਨਹੀਂ, ਕੁਝ ਵੀ ਪੂਰਵ ਨਿਰਧਾਰਤ ਨਹੀਂ। ਮੌਕਾ ਬਮੌਕਾ ਸਥਿਤੀਆਂ ਦੇ ਅਨੁਸਾਰ ਹਾਲਾਤ ਬਦਲਦੇ ਰਹਿੰਦੇ ਆ ਤੇ ਲੋਕਾਂ ਦੇ ਮੁਕੱਦਰ ਵੀ ਬਦਲਦੇ ਰਹਿੰਦੇ ਆ। ਆਖਰੀ ਗੱਲ ਤੇ ਚੱਲਦੇ ਆ। ਇਹ ਗੱਲ ਸੰਕੇਤਕ ਰੱਖਣੀ ਹੈ ਜੀ, ਕਿਉਂਕਿ ਜਿੰਨਾ ਚਿਰ ਅਸੀਂ ਇਹਨੂੰ ਪੁਖਤਾ ਤਰੀਕੇ ਨਾਲ ਦਸਤਾਵੇਜ਼ਾਂ ਨਾਲ ਪੇਸ਼ ਨਹੀਂ ਕਰਦੇ, ਪੰਜਾਬ ਦੀ ਰਾਜਨੀਤੀ 'ਚ ਬੜਾ ਹੜਕੰਪ ਮੱਚਣ ਵਾਲਾ ਹੈ, ਬੜੀ ਚੱਕ ਥੱਲ ਹੋਣੀ ਆ। ਜਿਸ ਦਿਨ ਇਹ ਗੱਲ ਵਾਪਰੀ, ਹਾਂ ਤੁਹਾਡੇ ਤੋਂ ਹੀ ਮੈਂ ਤੁਹਾਡੇ ਵੱਲ ਹੀ ਆ ਰਿਹਾ, ਕਿ ਇਹ ਚੱਕ ਥੱਲ ਹੋਣੀ ਆ ਜਦੋਂ ਤੇਜ ਤਰਾਰ ਆਗੂ ਜਿਹਨੇ ਕਾਂਗਰਸ ਨੂੰ ਉਖਾੜ ਸੁੱਟਿਆ, ਉਹ ਆਗੂ ਜਿਹਨੇ ਮੂਵਮੈਂਟ ਦੇ ਵਿੱਚੋਂ ਨਿਕਲ ਕੇ ਬੜਾ ਕੁਝ ਕਰਤਾ। ਪੰਜਾਬ ਦੇ ਵਿੱਚ ਵੀ ਕਾਫੀ ਤਬਦੀਲੀ ਦੀਆਂ ਆਸਾਂ ਰਹੀਆਂ, ਚੜੀਆਂ ਨਹੀਂ ਸਿਰੇ। ਹੁਣ ਮੈਨੂੰ ਇੰਜ ਲੱਗਦਾ ਹੈ ਕਿ ਜੇਕਰ ਸੱਚਮੁੱਚ ਪੈਰ ਧਰਾਵਾ ਉਹਦਾ ਪੰਜਾਬ 'ਚ ਹੋ ਗਿਆ, ਕਿਸੇ ਹਲਕੇ 'ਚ ਵੋਟ ਬਣ ਚੁੱਕੀ ਆ ਪਰਿਵਾਰ ਦੇ ਕਿਸੇ ਮੈਂਬਰ ਦੀ, ਤਾਂ ਆਉਂਦੇ ਦਿਨੀ ਬੜਿਆਂ ਦੇ ਤਕਦੀਰ ਫਿਰ ਉਹਨੂੰ ਧੱਕ ਕੇ ਪਿੱਛੇ ਲੈ ਜਾਊ। ਲੇਕਿਨ ਜੇ ਪੰਜਾਬ ਦੀ ਇਹ ਲੜਾਈ ਇਸੇ ਤੌਰ 'ਚ ਗਹਿ-ਕੱਚ ਤਰੀਕੇ ਨਾਲ ਹੁੰਦੀ ਆ, ਕਈ ਯੂ ਟਰਨ ਮਾਰਨੇ ਪੈਣਗੇ, ਕਈ ਅਨਾਉਂਸਮੈਂਟਸ ਜਿਹੜੀਆਂ ਵਾਪਸ ਲੈਣੀਆਂ ਪੈਣਗੀਆਂ। ਪਰ ਜੇ ਇੰਜ ਵਾਪਰਦਾ ਹੈ, ਜਿਹਦਾ ਅਸੀਂ ਬਹੁਤ ਵਾਰੀ ਜ਼ਿਕਰ ਕਰਦੇ ਰਹੇ, ਅੱਜ ਸੰਕੇਤ 'ਚ ਗੱਲ ਰੱਖਣੀ ਹੈ, ਜੇ ਇੰਜ ਵਾਪਰਦਾ ਹੈ ਤਾਂ ਲੜਾਈ ਦਿਲਚਸਪੀ ਨਹੀਂ ਹੋਊਗੀ, ਲੜਾਈ ਗਹਿ-ਕੱਚ ਹੋਊਗੀ। ਹੰਗ ਅਸੈਂਬਲੀ ਦੀ ਉਮੀਦ ਤਾਂ ਹਰ ਕੋਈ ਕਰਦਾ, ਵੱਡੀ ਗੱਲ ਨਹੀਂ ਕਿ ਕੋਈ ਧਿਰ ਬਹੁਮਤ ਵੀ ਲੈ ਜੇ। ਕੀ ਕਹਿੰਦੇ ਹੋ? ਬਿਲਕੁਲ ਬਿਲਕੁਲ, ਜਿਸ ਵਿਅਕਤੀ ਵਿਸ਼ੇਸ਼ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੜੇ ਧਮਾਕੇ ਨਾਲ ਆਉਣ ਦੀ ਤਿਆਰੀਆਂ ਕਰ ਚੁੱਕੇ ਨੇ। ਇਸ ਗੱਲ ਦਾ ਜ਼ਿਕਰ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਕਈ ਵਾਰ ਕਰ ਚੁੱਕੇ ਹਾਂ ਜੀ। ਪਰ ਉਸ ਪਰਿਵਾਰ ਦੇ ਇੱਕ ਜੀ ਦੀ ਵੋਟ ਬਣ ਚੁੱਕੀ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਹਜੇ ਤੱਕ ਤੇ ਨਹੀਂ ਹੋ ਪਾਈ, ਪਰ ਜਿਹਨੂੰ ਆਪਾਂ ਕਹੀਏ ਪੰਜਾਬੀ ਜਿੱਦਾਂ ਕਹਿੰਦੇ ਹੁੰਦੇ ਨੇ ਵੀ 80-90% ਤੇ ਇਹ ਗੱਲ ਸ਼ੋਰ ਹੈ ਕਿ ਉਹ ਗੱਲ ਹੋ ਚੁੱਕੀ ਹੈ। ਪਰ ਜਦ ਇਸ ਗੱਲ ਦੀ ਪੁਸ਼ਟੀ ਹੋ ਜਾਏਗੀ ਤਦ ਇਸ ਗੱਲ ਦਾ ਵੀ ਗਿਆਨ ਸਾਰਿਆਂ ਨੂੰ ਹੋ ਜਾਏਗਾ ਵੀ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਕੀ ਕੁਝ ਵਾਪਰਨਾ ਵਾਲਾ ਹੈ। ਪਰ ਅੱਜ ਜੋ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ, ਜਿਸ ਤਰੀਕੇ ਨਾਲ ਇੱਕ ਨਵੀਂ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਲੀਡਰਸ਼ਿਪ ਦੇ ਵਿੱਚ ਪੈਦਾ ਹੋਣ ਵਾਲੀ ਹੈ, ਔਰ ਜਿਸ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜਿਸ ਲੀਡਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਅਸੀਂ ਜਾਣਬੁੱਝ ਕੇ ਉਹ ਨਾਂ ਨਹੀਂ ਲੈ ਰਹੇ। ਹਾਲਾਂਕਿ ਉਹਨਾਂ ਨੇ ਕੱਲ ਪੰਜਾਬ ਦਾ ਦੌਰਾ ਕਰਨਾ ਸੀਗਾ ਪਰ ਪੰਜਾਬ ਵਿੱਚ ਆਏ ਨਹੀਂ। ਪਰ ਉਸ ਪਰਿਵਾਰ ਦੇ ਜੀ ਦੀ ਪੰਜਾਬ ਦੇ ਵਿੱਚ ਵੋਟ ਬਣਨ ਦਾ ਮਤਲਬ ਹੈ ਵੇ ਕਿ 2022 ਦੇ ਵਿੱਚ ਇਲੈਕਸ਼ਨ ਸੀਨ ਕੀ ਹੋਏਗਾ, ਕੌਣ ਮੁੱਖ ਮੰਤਰੀ ਦਾ ਉਮੀਦਵਾਰ ਹੋਏਗਾ। ਇਸ ਵੋਟ ਬਣਨ ਦੀ ਪੁਸ਼ਟੀ ਦੇ ਨਾਲ ਇਸ ਗੱਲ ਦੀ ਵੀ ਪੁਸ਼ਟੀ ਹੋ ਜਾਂਦੀ ਹੈ ਵੀ ਅੱਗੇ ਦੀ ਰਾਜਨੀਤੀ ਦੇ ਵਿੱਚ ਕੀ ਹੋਣ ਵਾਲਾ ਹੈ। ਚਲੋ 1-2 ਦਿਨਾਂ 'ਚ ਸਾਨੂੰ ਸਾਰੀ ਪੁਸ਼ਟੀ ਇਸ ਗੱਲ ਦੀ ਹੋ ਜਾਏਗੀ ਔਰ ਸਾਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕੀ ਤੇ ਕਿੱਥੇ ਹੋ ਰਿਹਾ ਹੈ। ਪਰ ਇੱਕ ਰੰਧਾਵਾ ਜੀ, ਤੁਸੀਂ ਮੈਨੂੰ ਗੱਲ ਕੀਤੀ ਸੀ ਕਿ 15 ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਦਾ ਹੱਲ ਹੋ ਜਾਣਾ, ਆਪਾਂ ਉਸ ਮੁੱਦੇ ਤੇ ਗੱਲ ਨਹੀਂ ਕਰ ਪਾਏ। ਹਾਂ ਬਿਲਕੁਲ, ਮੈਂ ਭੁੱਲ ਚੱਲਿਆ ਸੀ। ਇਹ ਗੱਲ ਬਿਲਕੁਲ ਠੀਕ ਹੈ ਕਿ ਕਿਸਾਨੀ ਸੰਘਰਸ਼ ਦਾ ਬੜੀ ਜਲਦੀ ਹੱਲ ਹੋਏਗਾ, ਕਿਉਂਕਿ ਇਹ ਪੋਲੀਟੀਕਲ ਕੰਪਲਸ਼ਨ ਹੈਗੀ ਹੈ ਭਾਜਪਾ ਵਾਸਤੇ ਵੀ ਔਰ ਕਿਸਾਨੀ ਆਗੂਆਂ ਵਾਸਤੇ ਵੀ। ਜੇ ਗੱਲ ਉੱਥੇ ਹੀ ਅੜੀ ਰਹੀ ਤੇ ਗੱਲ ਕਿਸੇ ਜਗ੍ਹਾ ਨਹੀਂ ਤੁਰੇਗੀ, ਜਿਹਦਾ ਨੁਕਸਾਨ ਕਿਸਾਨਾਂ ਨੂੰ ਵੀ ਹੋ ਸਕਦਾ, ਭਾਜਪਾ ਨੂੰ ਤੇ ਹੋ ਹੀ ਰਿਹਾ। ਯੂਪੀ ਦੇ ਵਿੱਚ ਵੀ ਇਲੈਕਸ਼ਨ ਡਿਊ ਹੈ, ਉੱਤਰਾਖੰਡ ਦੇ ਵਿੱਚ ਇਲੈਕਸ਼ਨ ਡਿਊ ਹੈ, ਪੰਜਾਬ ਦੇ ਵਿੱਚ ਵੀ ਇਲੈਕਸ਼ਨ ਡਿਊ ਹੈ। ਇਹਨਾਂ 3 ਸੂਬਿਆਂ ਦੇ ਵਿੱਚ ਭਾਜਪਾ ਨੂੰ ਖਤਰਾ ਬਣਿਆ ਹੋਇਆ ਹੈ ਜੇ ਸੰਘਰਸ਼ ਉੱਦਾਂ ਹੀ ਚੱਲਦਾ ਹੈ। ਤੇ ਪਤਾ ਤੇ ਇਹ ਵੀ ਲੱਗਦਾ ਹੈ ਕਿ ਭਾਜਪਾ ਇਸ ਮਸਲੇ ਦਾ ਹੱਲ ਕੱਢਣਾ ਚਾਹੁੰਦੀ ਹੈ, ਇਹਨਾਂ 3 ਕਾਨੂੰਨਾਂ ਨੂੰ ਰੱਦ ਵੀ ਕਰਨਾ ਚਾਹੁੰਦੀ ਹੈ, ਪਰ ਬਸ਼ਰਤੇ ਗੱਲਬਾਤ ਕਿਹਦੇ ਨਾਲ ਕੀਤੀ ਜਾਏ,
ਉਸ ਬੰਦੇ ਦਾ ਫੈਸਲਾ ਨਹੀਂ ਹੋ ਪਾ ਰਿਹਾ, ਕਿਉਂਕਿ ਸੰਯੁਕਤ ਮੋਰਚੇ ਦੇ ਵਿੱਚ ਅਗਰ ਕਿਸੇ ਆਗੂ ਨਾਲ ਭਾਜਪਾ ਗੱਲ ਸ਼ੁਰੂ ਕਰਦੀ ਹੈ ਤੇ 31 ਜਥੇਬੰਦੀਆਂ ਉਸ ਆਗੂ ਦੇ ਖਿਲਾਫ ਹੋ ਜਾਂਦੀ ਹੈ। ਗੱਲ ਨੂੰ ਮੁਕਾਉਣ ਵਾਸਤੇ ਕਈ ਵਾਰ ਤੁਹਾਨੂੰ ਸੂਝਵਾਨ ਬੰਦਾ ਜਿਹਨੂੰ ਵਿੱਚ ਪਾ ਕੇ ਉਸ ਗੱਲਬਾਤ ਨੂੰ ਸ਼ੁਰੂ ਕਰਾ ਕੇ, ਔਰ ਨੈਚੁਰਲੀ ਅਗਰ ਭਾਜਪਾ ਅੱਜ ਦੀ ਡੇਟ 'ਚ ਝੁਕਣਾ ਚਾਹੇਗੀ ਤਾਂ ਉਹ ਇਹ ਵੀ ਚਾਹੇਗੀ ਕਿ ਮਾੜਾ ਮੋਟਾ ਜਿਹਾ ਕ੍ਰੈਡਿਟ ਸਾਨੂੰ ਵੀ ਮਿਲ ਜਾਏ, ਸਾਡੀ ਵੀ ਰਾਜਨੀਤੀ ਜਿਹੜੀ ਲੀਹ ਤੋਂ ਉਤਰ ਗਈ ਹੈ ਉਹ ਵਾਪਸ ਲੀਹ ਤੇ ਲੈ ਕੇ ਆਉਣ ਵਾਸਤੇ ਕੁਝ ਸਾਡਾ ਵੀ ਸੀਨ ਜਿਹਾ ਬਣਾ ਦਿਓ, ਸਾਨੂੰ ਵੀ ਕੋਈ ਲੱਡੂ ਬਰਫੀ ਖਵਾ ਦਿਓ। ਇਸ ਗੱਲ ਦੀ ਜ਼ਰੂਰ ਤਿਆਰੀ ਹੋ ਰਹੀ ਹੈ, ਪਰ ਉਸ ਮਸਲੇ ਦੇ ਹੱਲ ਕਰਨ ਵੱਲ ਭਾਜਪਾ ਵੀ ਹੁਣ ਜਾ ਚੁੱਕੀ ਹੈ, ਔਰ ਬੜੀ ਛੇਤੀ, ਜਿਹੜੇ ਤੁਹਾਡੇ ਸੂਤਰ ਵੀ ਕਹਿ ਰਹੇ ਨੇ ਕਿ 15 ਦਿਨਾਂ ਦੇ ਵਿੱਚ ਇਹ ਫੈਸਲਾ ਹੋ ਸਕਦਾ ਹੈ, ਮੇਰੇ ਕੋਲ ਵੀ ਇੱਦਾਂ ਦੀ ਕੁਝ ਪੁਖਤਾ ਜਾਣਕਾਰੀ ਆ ਰਹੀ ਹੈ ਜਿਹਦੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਸ਼ਾਇਦ 15 ਅਕਤੂਬਰ ਤੱਕ ਇਸ ਕਿਸਾਨੀ ਸੰਘਰਸ਼ ਦੇ ਮਸਲੇ ਦਾ ਮਿਲ ਜੁਲ ਕਰ ਐਮੀਕੇਬਲ ਹੱਲ ਹੋ ਜਾਏਗਾ। ਤੁਸੀਂ, ਮੈਨੂੰ ਲੱਗਦਾ ਹੈ ਕਿ ਸਰਕਾਰ ਬਣਨ ਦੀ ਖੁਸ਼ੀ 'ਚ ਤੇ ਉਂਝ ਅੱਜ ਕਿਸਾਨੀ ਸਮਰਥਨ ਦੀ ਛੁੱਟੀ ਦੇ ਵਿੱਚ ਸੀਟੀਆਂ ਤੁਹਾਡੇ ਪਿੱਛੇ ਵੱਜੀ ਜਾਂਦੀਆਂ, ਕੋਈ ਮੁਰਗੇ ਮਰਗੇ ਦੁਆਲੇ ਹੋ ਗਏ, ਮੁੱਛਾਂ ਤੁਹਾਡੀਆਂ ਨੂੰ ਤਾ ਦਿੱਤਾ ਹੋਇਆ। ਅੱਜ ਤੁਸੀਂ, ਮੈਨੂੰ ਲੱਗਦਾ ਮੇਰੇ ਤੋਂ ਆ ਨਹੀਂ ਹੋਣਾ, ਨਹੀਂ ਤੇ ਮੈਂ ਜਲੰਧਰ ਦੇ ਗੇੜੇ, ਕਿਉਂਕਿ ਦੂਰਦਰਸ਼ਨ ਦਾ ਵਿਹੜਾ ਮੈਨੂੰ ਵੀ ਬੜਾ ਯਾਦ ਆਉਂਦਾ ਹੈ, ਤੇ ਤੁਹਾਡੇ ਉਹ ਬਾਰਾਦਰੀ ਵਾਲੇ ਤੇ ਬਾਕੀ ਸਾਰੇ ਏਰੀਆ ਜਿਹੜੇ ਆ, ਕਦੇ ਕਦੇ ਉਹ ਸ਼ਾਮ ਦੀਆਂ ਰੰਗੀਨੀਆਂ ਉਹ ਮਹਿਫਲਾਂ ਬੜੀਆਂ ਯਾਦ ਆਉਂਦੀਆਂ। ਫੁਰਸਤ ਘੱਟ ਹੁੰਦੀ ਹੈ, ਮਾਰਦੇ ਆ ਗੇੜਾ। ਅੱਜ ਤੁਸੀਂ ਇਕੱਲੇ ਆਨੰਦ ਲੈ ਲਓ। ਬਹੁਤ ਮਿਹਰਬਾਨੀ। ਓਕੇ ਜੀ।